सतनाम करता पुरख निरभउ निर्वैर अकाल मूरत अजूनी सैभं गुर प्रसाद। गुरु की मुकद्दस फतेह प्रवान करो, कोई रसना वांझी ना रहे। गज बज के बुलाओ फतेह, सत्कार दे नाल आखो वाहिगुरु जी का खालसा वाहिगुरु जी की फतेह। परम सन्मान योग जुगो जुग अटल श्री गुरु ग्रंथ साहिब जी की हजूरी अंदर सभाएमान सतसंग जनों, गुरमुख प्यारिओ, एक आपां आम संसार दे विच आपां मनमुख शब्द बड़ा सुनते हाँ। एक हुंदा है गुरमुख, एक हुंदा है मनमुख। मनमुख दा शरीर भी गुरमुख की तरह पंज तत्तां दा हुंदा है। वो साडे वांग आम सादे वस्त्र पहन के रखते ने, पर मनमुख ते गुरमुख दे अंदर बड़ा अंतर है। मनमुख दे अंदर दे अजिही बिरती है, मनुख अपने मूल नूं कदे पहचानदा नहीं। वो परमात्मा नूं अपने आप तो हमेशा दूर समझदा है। मनमुख उसने सेवा तां की करनी है, पर जिहड़े सेवा करते ने उन्हां दा वो मजाक उडाउंदे ने जिहड़े मनमुख हुंदे ने। जे कदे वो 5-10 मिनट सत संगत दे विच बैठ भी जान, वो फिर सतसंग करन वाले दी निंदा करते ने कि ये लोग पता नहीं किवें बैठ जाते ने, साडा तां 5 मिनट भी नहीं मन जुड़दा संगत विच। मनमुख बंदा अपने मूल तो भुल गया, इसनूं भी नहीं पता कि मैं इस संसार ते करन की आया हाँ, क्योंकि वो अपने मूल नूं भुल गया। वो संसार ते करन वास्ते की आया वो मनुख भुल गया, जिहड़ा मनमुख हुंदा है। उस दे अंदर लालच, वासना, अंदर हंकार, वो अपनी जबान तो जो भी बोलदा वो अपनी जबान दे विचों बेकार बोलदा है। कई बार किसी मनुख दे कोल आपां बैठदे हां, वो इहो जिहियां गल्लां करदा मन नूं दुविधा दे विच पा दिंदा है। एक दिन असीं पिंड नूं जा रहे सां, ਬੱਸ ਦੇ ਵਿੱਚ ਸਾਨੂੰ ਇੱਕ ਐਸਾ ਮਨੁੱਖ ਮਿਲਿਆ। ਗੱਲਾਂ ਬਾਤਾਂ ਚੱਲੀਆਂ। ਉਸ ਬੰਦੇ ਨੇ ਐਸੇ ਸ਼ਬਦ ਕਹੇ, मन की भड़कना शुरू हो गई।
ਅੰਤਰ ਹਉਮੈ ਕੰਡਾ ਹੈ। ਉਹਦੇ ਅੰਦਰ ਐਸਾ ਹਉਮੈ ਦਾ ਕੰਡਾ ਜਿਹੜਾ ਮਨਮੁਖ ਹੁੰਦਾ, ਉਹ ਮਨਮੁਖ ਦੇ ਸ਼ਬਦ ਹੁੰਦੇ ਨੇ, ਜਿਹੜੇ ਬੋਲ ਹੁੰਦੇ ਨੇ, ਉਹ ਕੰਡੇ ਵਰਗੇ ਹੁੰਦੇ ਨੇ। ਜਿਵੇਂ ਦੂਜੇ ਆਪਾਂ ਪੁਰਾਤਨ ਸਮਿਆਂ ਦੇ ਵਿੱਚ ਦੇਖਦੇ ਸਾਂ, ਆਪਣੇ ਪਹਾੜੀ ਕਿੱਕਰ ਦਾ ਕੰਡਾ ਲੱਗਣਾ, ਉਹਨੇ ਵਿੱਚ ਟੁੱਟ ਜਾਣਾ, ਫਿਰ ਉਹ ਮਹੀਨਾ ਮਹੀਨਾ ਉਸ ਕੰਡੇ ਨੇ ਤਕਲੀਫ ਦੇਈ ਜਾਣਾ। ਜਿਹੜੇ ਮਨਮੁਖ ਹੁੰਦੇ ਨੇ, ਸਤਿਗੁਰੂ ਜੀ ਕਹਿੰਦੇ ਭਾਈ ਮਨਮੁਖ ਦੇ ਜਿਹੜੇ ਬੋਲ ਹੁੰਦੇ ਨੇ ਉਹ ਇੱਕ ਕੰਡੇ ਦੀ ਤਰ੍ਹਾਂ ਹੁੰਦੇ ਨੇ। ਉਹ ਸ਼ਬਦ ਐਸੇ ਕਹਿੰਦੇ ਨੇ, ਮਨੁੱਖ ਦਾ ਮਨ ਦੁਬਿਧਾ ਦੇ ਵਿੱਚ ਪੈ ਜਾਂਦਾ। ਮਨਮੁਖ ਬੰਦਾ ਕੋਈ ਉਸ ਉੱਪਰ ਸੰਤੋਖ ਨਹੀਂ ਕਰਦਾ, ਦਿਨ ਰਾਤ ਪ੍ਰਮਾਤਮਾ ਦੀਆਂ ਦਾਤਾਂ ਤੇ ਮਾਣ ਵੀ ਨਹੀਂ ਕਰਦਾ। ਉਹ ਅਲਾਮੇ ਦਿੰਦਾ ਰਹਿੰਦਾ ਹੈ ਪ੍ਰਮਾਤਮਾ ਨੂੰ, ਪ੍ਰਮਾਤਮਾ ਤੂੰ ਮੇਰੇ ਵਾਸਤੇ ਕੀ ਕੀਤਾ, ਕਿਉਂਕਿ ਮਨਮੁਖ ਹੈ, ਆਪਣੇ ਮਨ ਦੇ ਪਿੱਛੇ ਚੱਲਦਾ ਹੈ। ਤਾਈਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਕਬੀਰ ਸਾਖਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ। ਭਾਈ ਇਹੋ ਜਿਹਿਆਂ ਦੀ ਸੰਗਤ ਨਾ ਕਰੋ, ਕਿਉਂਕਿ ਉਹ ਤੁਹਾਨੂੰ ਵੀ ਤੋੜ ਦੇਵੇਗਾ। ਆਪ ਤਾਂ ਉਹ ਟੁੱਟਿਆ ਹੋਇਆ ਹੈ, ਤੁਹਾਨੂੰ ਵੀ ਤੋੜ ਦੇਵੇਗਾ। ਮੂਲ ਤੋਂ ਭੁੱਲਣਾ ਕੀ ਹੈ, ਕਿਉਂਕਿ ਮੈਂ ਗੱਲ ਕਰ ਰਿਹਾ ਸਾਂ ਨਾ, ਉਹ ਆਪਣੇ ਮੂਲ ਨੂੰ ਭੁੱਲ ਗਏ। ਉਹ ਮਨਮੁਖ ਹੁੰਦੇ ਨੇ, ਮਨਮੁਖ ਆਪਣੇ ਮੂਲ ਨੂੰ ਭੁੱਲ ਜਾਂਦੇ ਨੇ। ਆਪਣੇ ਮੂਲ ਨੂੰ ਭੁੱਲਣ ਦੇ ਕਾਰਨ ਉਹ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਸੰਸਾਰ ਦੇ ਨਾਲ ਤਾਂ ਪ੍ਰੇਮ ਪਿਆਰ ਕੀ ਰੱਖਣਾ ਹੈ, ਗੁਰੂ ਤੋਂ ਵੀ ਵਾਂਝੇ ਰਹਿ ਜਾਂਦੇ ਨੇ। ਇੱਕ ਤਾਂ ਮੂਲ ਤੋਂ ਭੁੱਲਣਾ ਹੈ, ਆਪਣੇ ਆਪ ਨੂੰ ਪਛਾਨਣਾ ਕਿ ਮੈਂ ਕੀ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬੜਾ ਸੁੰਦਰ ਫੈਸਲਾ ਹੈ। ਗੁਰਮੁਖ ਪਿਆਰਿਓ, ਉਹ ਆਪਣੇ ਆਪ ਨੂੰ ਇਹ ਨਹੀਂ ਪਹਿਚਾਨ ਸਕਦਾ ਵੀ ਮੈਂ ਇੱਥੇ ਸੰਸਾਰ ਦੇ ਵਿੱਚ ਕਰਨ ਕੀ ਆਇਆ ਹਾਂ। ਭਾਈ ਗੁਰਦਾਸ ਜੀ ਬੜੇ ਸੁੰਦਰ ਉਦਾਹਰਨ ਦਿੰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਆਪਣੇ ਘਰ ਵਸਤੂ ਹੋਣ ਦੇ ਬਾਵਜੂਦ ਉਸ ਦੀ ਕਦਰ ਨਾ ਜਾਣੀ। ਆਪਣੇ ਕੋਲ ਕੀਮਤੀ ਖਜ਼ਾਨਾ ਹੈ, ਪਰ ਲੋਕਾਂ ਤੋਂ ਝੋਲੀ ਅੱਡ ਅੱਡ ਕੇ ਮੰਗਦਾ ਰਿਹਾ। ਮੂਲ ਤੇ ਭੁੱਲੇ ਹੋਏ ਦੇ ਅਰਥ ਹਨ ਕਿ ਆਪਣੇ ਕੋਲ ਕੀਮਤੀ ਦਾਤ ਹੋਣ ਦੇ ਬਾਵਜੂਦ ਵੀ ਉਹਦੀ ਕੀਮਤ ਨਾ ਪਾ ਸਕਿਆ। ਭਾਈ ਸਾਹਿਬ ਜੀ ਨੇ ਕੁਝ ਪ੍ਰਵਾਨ ਦਿੱਤੇ ਨੇ। ਕਹਿਣ ਲੱਗੇ, ਇੱਕ ਰਤਨ ਬੜਾ ਕੀਮਤੀ ਹੈ, ਜੇਕਰ ਕਿਸੇ ਜੋਹਰੇ ਕੋਲ ਲੈ ਜਾਓ ਤਾਂ ਉਹ ਕੀਮਤੀ ਰਤਨ ਨੂੰ ਦੇਖ ਕੇ ਜੋਹਰੀ ਉਸ ਰਤਨ ਦੀ ਕੀਮਤ ਪਾਏਗਾ, ਉਸ ਦੇ ਬਦਲੇ ਲੱਖਾਂ ਹਜ਼ਾਰਾਂ ਰੁਪਈਆ ਦੇਵੇਗਾ। ਜੇਕਰ ਕਿਸੇ ਬਾਦਸ਼ਾਹ ਦੇ ਤਾਜ ਵਿੱਚ ਉਹ ਰਤਨ ਜੜਿਆ ਹੋਇਆ ਹੋਵੇ ਤਾਂ ਉਸ ਦਾਜ ਦੀ ਕੀਮਤ ਬਹੁਤ ਜ਼ਿਆਦਾ ਹੋਵੇਗੀ। ਜੇ ਉਹ ਰਤਨ ਕਿਸੇ ਜੋਹਰੀ ਕੋਲੇ ਲੈ ਕੇ ਜਾਇਆ ਜਾਵੇ, ਜੋਹਰੀ ਉਹਦੇ ਰਤਨ ਦੀ ਕੀਮਤ ਪਾਵੇਗਾ। ਤੇ ਗੁਰਮੁਖ ਪਿਆਰਿਓ, ਜੇ ਉਹ ਰਤਨ ਕਿਸੇ ਸੁਹਾਗਣ ਦੇ ਗਲ ਦੇ ਹਾਰ ਦੇ ਵਿੱਚ ਉਹ ਰਤਨ ਪਾ ਦਿੱਤਾ ਜਾਵੇ, ਉਹਦੀ ਕੀਮਤ ਵੱਧ ਜਾਵੇਗੀ। ਪਰ ਜੇ ਉਹੀਓ ਰਤਨ ਬਾਂਦਰ ਦੇ ਗਲ ਦੇ ਵਿੱਚ ਪਾ ਦਿੱਤਾ ਜਾਵੇ, ਬਾਂਦਰ ਨੂੰ ਕੋਈ ਪਤਾ ਨਹੀਂ ਉਹਦੀ ਕੀਮਤ ਦਾ, ਉਹਨੂੰ ਤਾਂ ਛਾਲਾਂ ਮਾਰਨੀਆਂ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਇੱਕ ਰਤਨ ਹੋਵੇ ਜੇ ਰਾਜੇ ਦੇ ਕੋਲ ਹੋਵੇ, ਉਹ ਬੜਾ ਕੀਮਤੀ ਹੋਵੇਗਾ। ਉਹ ਰਤਨ ਕਿਸੇ ਜਵਾਹਰੀ ਕੋਲ ਮੁੱਲ ਪਵਾਓਗੇ, ਬੜਾ ਮੁੱਲ ਪਵੇਗਾ, ਲੱਖਾਂ ਰੁਪਈਆ ਮਿਲੇਗਾ।
ਉਹ ਰਤਨ ਜੇ ਕਿਸੇ ਸੁਹਾਗਣ ਭੈਣ ਦੇ ਗਲ ਦੇ ਹਾਰ ਦੇ ਵਿੱਚ ਪਾ ਦਿੱਤਾ ਜਾਵੇ, ਲੱਖਾਂ ਰੁਪਈਆਂ ਦਾ ਉਹ ਹਾਰ ਹੋ ਜਾਵੇਗਾ। ਪਰ ਜੇ ਉਹੀਓ ਰਤਨ ਕਿਸੇ ਬਾਂਦਰ ਦੇ ਗਲ ਦੇ ਵਿੱਚ ਪਾ ਦਿੱਤਾ ਜਾਵੇ ਨਾ, ਬਾਂਦਰ ਨੂੰ ਉਹਦੀ ਕੀਮਤ ਦਾ ਕੋਈ ਨਹੀਂ ਪਤਾ। ਬਾਂਦਰ ਕੇਵਲ ਸਾਰਾ ਦਿਨ ਟਪੂਸੀਆਂ ਮਾਰਦਾ, ਉਸ ਨੂੰ ਆਪਣੇ ਗਲੇ ਵਿੱਚ ਪਾਏ ਹੋਏ ਇਸ ਕੀਮਤੀ ਪੱਥਰ ਦੀ ਕੀਮਤ ਦਾ ਕੋਈ ਨਹੀਂ ਪਤਾ। ਬਾਂਦਰ ਨੂੰ ਕੀ ਪਤਾ। ਸਤਿਗੁਰੂ ਜੀ ਕਹਿੰਦੇ ਇਹ ਇਨਸਾਨ ਮਨਮੁਖ ਬਿਰਤੀ ਵਾਲੇ ਨੂੰ ਇਹ ਸਮਝ ਨਹੀਂ ਕਿ ਮੇਰਾ ਜੀਵਨ ਕਿੰਨਾ ਕੁ ਕੀਮਤੀ ਰਤਨ ਹੈ। ਮਨਮੁਖ ਬੰਦੇ ਨੂੰ ਨਹੀਂ ਸਮਝ। ਇਸ ਦੀ ਕੀਮਤ ਪੁੱਛਣੀ ਹੈ ਤਾਂ ਉਸ ਬੰਦੇ ਤੋਂ ਪੁੱਛੋ ਜਿਹੜਾ ਆਖਰੀ ਸਮੇਂ ਮੌਤ ਦੇ ਨਾਲ ਘੋਲ ਕਰ ਰਿਹਾ ਹੈ। ਉਹ ਦੱਸੇਗਾ ਕਿ ਇਹ ਸਵਾਸਾਂ ਦੀ ਕੀਮਤ ਕਿੰਨੀ ਸੀ। ਜਦੋਂ ਬੰਦਾ ਆਖਰੀ ਸਵਾਸਾਂ 'ਚ ਹੋਵੇ ਨਾ, ਬੁਢੇਪੇ ਦੇ ਵਿੱਚ ਜਾ ਕੇ, ਤੁਰਿਆ ਨਹੀਂ ਜਾਂਦਾ, ਬੋਲਿਆ ਨਹੀਂ ਜਾਂਦਾ, ਸੁਣਿਆ ਨਹੀਂ ਜਾਂਦਾ, ਕਿਸੇ ਨੂੰ ਦੇਖਿਆ ਨਹੀਂ ਜਾਂਦਾ, ਸਾਹ ਔਖੇ ਔਖੇ ਆ ਰਹੇ ਨੇ, ਕੋਈ ਬੰਦਾ ਆ ਕੇ ਉਹਨੂੰ ਪੁੱਛੇ ਸੱਜਣਾ ਇਹ ਸਵਾਸ ਤਾਂ ਕੀਮਤ ਨਹੀਂ, ਫਿਰ ਉਹ ਦੱਸੇਗਾ ਕਿ ਇਹ ਸਵਾਸ ਕਿੰਨੇ ਕੀਮਤੀ ਨੇ। ਉਹ ਕਹੇਗਾ ਭਲਿਆ ਲੋਕਾ, ਇਹ ਸਵਾਸ ਬੜੇ ਕੀਮਤੀ ਨੇ, ਅੱਜ ਇਹ ਸਵਾਸ ਮੇਰੇ ਅੰਦਰੋਂ ਮੁੱਕ ਚੱਲੇ ਨੇ, ਮੈਨੂੰ ਪੁੱਛ ਕੇ ਦੇਖੋ ਇਹਦੀ ਕੀਮਤ ਕੀ ਸੀ। ਉਦੋਂ ਮੈਂ ਕਦਰ ਨਹੀਂ ਪਾਈ ਜਦੋਂ ਮੇਰੇ ਸਵਾਸ ਚੱਲਦੇ ਸਨ, ਜਦੋਂ ਮੇਰੇ ਕੰਨ ਚੱਲਦੇ ਸਨ, ਮੇਰੇ ਅੱਖਾਂ ਦੇਖ ਸਕਦੀਆਂ ਸਨ, ਮੇਰੇ ਕੰਨ ਸੁਣ ਸਕਦੇ ਸਨ, ਮੇਰੀ ਰਸਨਾ ਜ਼ੁਬਾਨ ਦੇ ਨਾਲ ਬੋਲ ਸਕਦੇ ਸੀ, ਮੇਰੇ ਸਵਾਸ ਚੱਲ ਰਹੇ ਸਨ, ਮੈਂ ਕੀਮਤ ਨਹੀਂ ਪਾਈ ਉਸ ਟਾਈਮ ਇਹਦੀ। ਭਾਈ ਸਾਹਿਬ ਜੀ ਨੇ ਬਚਨ ਕਿਹਾ ਕਿ ਸਵਾਸ ਵੀ ਹਨ, ਪਰ ਉਹ ਬਾਂਦਰ ਦੀ ਬਿਰਤੀ ਵਾਂਗ ਇਸ ਦੇ ਗਲੇ ਵਿੱਚ ਪਾਇਆ ਹੋਇਆ ਕੀਮਤੀ ਰਤਨਾ ਹੈ, ਪਰ ਰਤਨ ਦੀ ਉਸ ਨੂੰ ਕਦਰ ਕੋਈ ਨਹੀਂ ਬਾਂਦਰ ਨੂੰ। ਭਾਈ ਸਾਹਿਬ ਜੀ ਨੇ ਦੂਜਾ ਬਚਨ ਕਿਹਾ, ਜੇ ਕਿਸੇ ਨੂੰ ਭੁੱਖ ਲੱਗੀ ਹੋਵੇ, ਉਸ ਨੂੰ ਸੁੱਕੀ ਰੋਟੀ ਵੀ ਮਿਲ ਜਾਏ ਤਾਂ ਇਨਸਾਨ ਸਬਰ ਕਰਦਾ ਹੈ, ਕਿਉਂਕਿ ਭੁੱਖਾ ਹੈ। ਹੁਣ ਦੇਖੋ ਪਾਕਿਸਤਾਨ ਦੇ ਵਿੱਚ ਕਿੰਨੇ ਬੁਰੇ ਹਾਲਾਤ ਚੱਲ ਰਹੇ ਨੇ। ਪਾਕਿਸਤਾਨ ਦੇ ਵਿੱਚ ਹੜ੍ਹ ਆਉਣ ਦੇ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ। ਉਹਨਾਂ ਨੂੰ ਪੁੱਛ ਕੇ ਦੇਖੋ ਤੁਸੀਂ ਰੋਟੀ ਦੀ ਕੀਮਤ ਕੀ ਹੈ। ਉਹ ਲੋਕ ਅੱਜ ਭੁੱਖੇ ਮਰ ਰਹੇ ਨੇ, ਜੇ ਉਹਨਾਂ ਨੂੰ ਕੋਈ ਸੁੱਕੀਆਂ ਰੋਟੀਆਂ ਵੀ ਦੇ ਦੇ, ਚਾਹੇ ਮਹੀਨੇ ਦੀਆਂ, ਉਹ ਵੀ ਉਹ ਖਾ ਲੈਣਗੇ ਸਬਰ ਨਾਲ, ਕਿਉਂਕਿ ਉਹਨਾਂ ਨੂੰ ਰੋਟੀ ਦੀ ਕੀਮਤ ਦਾ ਪਤਾ ਲੱਗ ਗਿਆ। ਹੁਣ ਰੱਜੇ ਹੋਏ ਮਨੁੱਖ ਨੂੰ ਜੇ ਅਸੀਂ 37 ਪ੍ਰਕਾਰ ਦੇ ਭੋਜਨ ਖਵਾ ਦਈਏ, ਉਹ 37 ਪ੍ਰਕਾਰ ਦੇ ਭੋਜਨ ਖਾ ਕੇ ਵੀ ਕਹੇਗਾ ਕਿ ਕੁਛ ਨਹੀਂ ਸੀ। ਕਿਉਂ? ਕਿਉਂਕਿ ਉਹਦੇ ਕੋਲੇ ਵਸਤੂ ਹੈ, ਉਹ ਕਦਰ ਨਹੀਂ ਜਾਣਦਾ ਵਸਤੂ ਦੀ। ਭਾਈ ਸਾਹਿਬ ਜੀ ਕਹਿੰਦੇ ਨੇ, ਇੱਕ ਹੋਰ ਬੜੀ ਐਗਜ਼ੈਂਪਲ ਸੋਹਣੀ ਦਿੱਤੀ ਹੈ। ਕਹਿੰਦੇ ਇੱਕ ਕੜਛੀ ਹੈ, ਉਹ ਪਤੀਲੀ ਦੇ ਵਿੱਚ ਜਾਂ ਆਪਾਂ ਕਿਸੇ ਭਾਂਡੇ ਦੇ ਵਿੱਚ ਪਾਉਣੇ ਆ, ਸਬਜ਼ੀ ਬਣਾਉਂਦੇ ਆ ਰੋਜ਼, ਉਹ ਹਰ ਪ੍ਰਕਾਰ ਦੀ ਸਬਜ਼ੀ ਦੇ ਵਿੱਚ ਅਸੀਂ ਕੜਛੀ ਮਾਰਦੇ ਹਾਂ, ਪਰ ਕੜਛੀ ਨੂੰ ਸਵਾਦ ਦਾ ਨਹੀਂ ਪਤਾ। ਉਹ ਕੜਛੇ ਵਿੱਚ ਰਹਿੰਦਿਆਂ ਹੋਇਆਂ ਵੀ ਸਵਾਦ ਦਾ ਆਨੰਦ ਨਹੀਂ ਮਾਣ ਸਕਦੇ, ਤੇ ਦੂਜਾ ਬੰਦਾ ਜਿਹੜਾ ਉਹ ਭੋਜਨ ਖਾਣ ਵਾਲਾ ਹੈ, ਉਹਨੂੰ ਪੁੱਛ ਕੇ ਦੇਖੋ ਇਹਦਾ ਸਵਾਦ ਕੀ ਹੈ, ਇਹਦੀ ਕੀਮਤ ਕੀ ਹੈ, ਪਰ ਕੜਛੇ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਸਵਾਦ ਸਬਜ਼ੀ ਦਾ ਨਹੀਂ ਮਾਣ ਸਕਦੀ। ਇੱਕ ਹੋਰ ਐਗਜ਼ੈਂਪਲ ਦਿੱਤੀ ਹੈ ਭਾਈ ਸਾਹਿਬ ਜੀ ਨੇ। ਕਹਿੰਦੇ ਇੱਕ ਫੁੱਲ ਦੀ ਜੜ ਦੇ ਵਿੱਚ ਡੱਡੂ ਬੈਠਾ ਹੈ, ਪਰ ਦੂਰੋਂ ਚੱਲ ਕੇ ਇੱਕ ਭੋਰਾ ਆਇਆ, ਉਹਨੇ ਸੁਗੰਧੀ ਦਾ ਰਸ ਮਾਣ ਲਿਆ, ਤੇ ਜੜ 'ਚ ਬੈਠੇ ਹੋਏ ਡੱਡੂ ਨੂੰ ਉਹਦੀ ਕੀਮਤ ਦਾ ਕੋਈ ਨਹੀਂ ਪਤਾ। ਉਹਨੂੰ ਉਹਦੇ ਕੀਮਤ ਦਾ ਨਹੀਂ ਪਤਾ ਕਿ ਇਹਦੀ ਕੀਮਤ ਕਿੰਨੀ ਹੈ। ਇੱਕ ਹੋਰ ਐਗਜ਼ੈਂਪਲ ਦਿੱਤੀ ਹੈ, ਚੌਥਾ ਪ੍ਰਮਾਣ ਉਹਨਾਂ ਨੇ ਦਿੱਤਾ ਕਿ ਮਿਰਗ ਦੀ ਨਾਭੀ ਦੇ ਵਿੱਚ ਕਸਤੂਰੀ ਹੈ,
ਪਰ ਉਸ ਦੇ ਵਿੱਚੋਂ ਮਹਿਕ ਆਉਂਦੀ ਹੈ। ਜਦੋਂ ਮਿਰਗ ਦੀ ਨਾਭੇ ਵਿੱਚੋਂ ਕਸਤੂਰੀ ਦਾ ਮੂੰਹ ਖੁੱਲਦਾ ਤਾਂ ਉਹ ਆਪਣੀ ਗਰਦਨ ਝੁਕਾ ਕੇ ਆਪਣਾ ਮੂੰਹ ਨੀਵਾ ਕਰਕੇ ਝਾੜੀਆਂ ਵਿੱਚ ਭਾਲਦਾ ਫਿਰਦਾ ਰਹਿੰਦਾ। ਉਹ ਸਾਰੇ ਜ਼ਿੰਦਗੀ ਉਸ ਦੀ ਇਸੇ ਤਰ੍ਹਾਂ ਲੰਘ ਜਾਂਦੀ ਹੈ। ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰੇ ਨਾਭੀ ਦੇ ਵਿੱਚੋਂ ਸੁਗੰਧੀ ਆ ਰਹੀ ਹੈ, ਨਹੀਂ ਪਤਾ ਲੱਗਦਾ ਕੀਮਤ ਦਾ। ਭਾਈ ਸਾਹਿਬ ਜੀ ਨੇ ਬੜਾ ਸੁੰਦਰ ਫਰਮਾਨ ਦਿੱਤਾ ਕਿ ਇਹ ਬੰਦਿਆ, ਇਹ ਚੀਜ਼ਾਂ ਕੋਲ ਹਨ ਪਰ ਉਹਨਾਂ ਦੀ ਕਦਰ ਨਾ ਹੋਣ ਦੇ ਬਾਵਜੂਦ ਕੋਲ ਪਈ ਚੀਜ਼ ਦੀ ਕੀਮਤ ਨਹੀਂ ਹੁੰਦੀ। ਚੀਜ਼ਾਂ ਤਾਂ ਕੋਲ ਨੇ, ਸਾਡੇ ਕੋਲ ਹੁੰਦਿਆਂ ਹੋਇਆਂ ਸਾਨੂੰ ਉਹਦੀ ਕੀਮਤ ਦਾ ਨਹੀਂ ਪਤਾ। ਬੇਮੁਖ ਬੰਦੇ ਨੂੰ ਰੱਬ ਨੇ ਕੀਮਤੀ ਜ਼ਿੰਦਗੀ ਦਿੱਤੀ, ਪਰ ਇਸ ਨੂੰ ਕੋਈ ਸਮਝ ਨਹੀਂ ਕਿ ਹੀਰਾ ਜਨਮ ਕਿੰਨਾ ਕੁ ਕੀਮਤੀ ਹੈ। ਮਨਮੁਖ ਬੰਦੇ ਨੂੰ ਪਰਮਾਤਮਾ ਦੇ ਅੰਦਰ ਦਾ ਹਿਰਦਾ ਦਿੱਤਾ, ਪਰ ਇਸ ਨੂੰ ਸਮਝ ਨਹੀਂ ਕਿ ਮੇਰੇ ਹਿਰਦੇ ਵਿੱਚ ਨਾਮ ਦੀ ਸੁਗੰਧੀ ਹੈ। ਮਨਮੁਖ ਬੰਦਾ ਪਰਮਾਤਮਾ ਨੇ ਅੰਦਰ ਸੋਝੀ ਦਿੱਤੀ, ਜੇਕਰ ਜੁੜ ਜਾਏ ਤਾਂ ਨਾਮ ਦਾ ਰਸ ਚੱਖ ਸਕਦਾ ਹੈ, ਪਰ ਨਾ ਜੁੜਿਆ ਜੇ ਸਾਰੀ ਜ਼ਿੰਦਗੀ ਉਹ ਭੜਕਣਾ ਦੇ ਵਿੱਚ ਪਿਆ ਰਹਿ ਸਕਦਾ ਹੈ। ਸਤਿਗੁਰੂ ਜੀ ਕਹਿੰਦੇ, ਬਾਹਰ ਟੋਲੇ ਸੋ ਰਤਨ ਭਰਮ ਭੁਲਾਈ। ਇੱਕ ਬੜਾ ਸੁੰਦਰ ਬਚਨ ਹੈ, ਰਤਨ ਮਣੀ ਗਲ ਬਾਂਦਰੈ ਕਿਉ ਕੀਮ ਨਾ ਜਾਣੈ, ਕੜਛੀ ਸਾਉ ਨਾ ਸੰਭਲੈ ਭੋਜਨ ਰਸ ਖਾਣੈ, ਡੱਡੂ ਚਿੱਕੜ ਵਾਸ ਹੈ ਕਵਲੈ ਨਾ ਸਿੰਝਾਣੈ, ਨਾਭ ਕਸਤੂਰੀ ਮਿਰਗ ਦੈ ਫਿਰਦੈ ਹੈਰਾਣੈ, ਗੁਜਰ ਗੋਰਸ ਵੇਚ ਕੇ ਖੋਲ ਸੁੜੀ ਆਣੈ, ਬੇਮੁਖ ਮੂਲੋ ਕੁੱਥਿਆ ਦੁਖ ਸਹਿ ਸਮਾਣੈ। ਕਹਿੰਦੇ ਜਿਵੇਂ ਇੱਕ ਕੜਛੀ ਨੂੰ ਸਵਾਦ ਦਾ ਨਹੀਂ ਪਤਾ, ਇੱਕ ਬਾਂਦਰ ਨੂੰ ਹੀਰੇ ਦਾ ਨਹੀਂ ਪਤਾ, ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਮਨਮੁਖ ਬੰਦੇ ਨੂੰ ਇਹ ਕੀਮਤੀ ਜਨਮ ਦਾ ਨਹੀਂ ਪਤਾ। ਕਈ ਵਾਰ ਦੇਖਦੇ ਹਾਂ, ਜੇ ਕਿਸੇ ਨੂੰ ਕਹਿ ਦਿੱਤਾ ਜਾਵੇ ਭਾਈ ਤੂੰ ਸੇਵਾ ਕਰਿਆ ਕਰ, ਤੈਨੂੰ ਹੱਥ ਪੈਰ ਦਿੱਤੇ ਨੇ, ਮੈਨੂੰ ਤਾਂ ਇੱਕ ਨੇ ਕਹੀ ਦਿੱਤਾ ਸੀ, ਕਹਿੰਦਾ ਬਾਬਾ ਜੀ ਦਿੱਤੇ ਨੇ, ਰੱਬ ਨੇ ਸਾਰਿਆਂ ਨੂੰ ਦਿੱਤੇ ਨੇ, ਮੈਨੂੰ ਕੀ ਇਕੱਲੇ ਨੂੰ ਦਿੱਤੇ ਨੇ। ਪਰ ਗੁਰਮੁਖ ਪਿਆਰਿਓ, ਜਿਨ੍ਹਾਂ ਦੇ ਹੱਥ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਹੱਥਾਂ ਦੀ ਕੀਮਤ ਕੀ ਹੈ। ਜਿਨ੍ਹਾਂ ਦੇ ਅੱਖਾਂ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਅੱਖਾਂ ਦੀ ਕੀਮਤ ਕੀ ਹੈ। ਪਰ ਜਦੋਂ ਤੱਕ ਸਾਡੇ ਕੋਲੇ ਵਸਤੂ ਹੈ, ਅਸੀਂ ਉਹਦੀ ਕਦਰ ਨਹੀਂ ਪਾ ਸਕਦੇ। ਮਨੁੱਖ ਨੂੰ ਕਦੋਂ ਕੀਮਤ ਦਾ ਪਤਾ ਚੱਲਦਾ ਹੈ? ਜਦੋਂ ਤਾਂ ਵਸਤੂ ਸਾਡੇ ਕੋਲ ਨਾ ਹੋਵੇ ਤਾਂ ਪਤਾ ਚੱਲਦਾ ਹੈ, ਜਾਂ ਫਿਰ ਸਾਡੇ ਕੋਲ ਉਹ ਵਸਤੂ ਚਲੀ ਜਾਵੇ ਤਾਂ ਪਤਾ ਚੱਲਦਾ ਹੈ। ਜੇ ਸਾਡੇ ਕੋਲ ਉਹ ਵਸਤੂ ਪਈ ਹੋਵੇ, ਸਾਨੂੰ ਉਹਦੀ ਕੀਮਤ ਦਾ ਨਹੀਂ ਪਤਾ ਚੱਲਦਾ। ਉਹੀ ਹਾਲ ਮਨਮੁਖ ਬੰਦੇ ਦਾ ਹੁੰਦਾ ਹੈ। ਮਨਮੁਖ ਬੰਦਾ ਸਾਰੀ ਜ਼ਿੰਦਗੀ ਗੁਜ਼ਰਦਾ ਹੈ, ਪਰ ਉਹ ਆਪਣੇ ਇਸ ਅਮੋਲਕ ਜਨਮ ਦੀ ਪਹਿਚਾਣ ਨਹੀਂ ਕਰ ਸਕਦਾ, ਬਿਰਥਾ ਗਵਾ ਲੈਂਦਾ ਹੈ। ਗੁਰੂ ਦੇ ਸਤਸੰਗ ਤੋਂ ਵਾਂਝਾ ਗਵਾ ਲੈਂਦਾ ਹੈ, ਗੁਰੂ ਦੇ ਨਾਮ ਤੋਂ ਵਾਂਝਾ ਗਵਾ ਲੈਂਦਾ ਹੈ। ਆਖਰ ਸਤਿਗੁਰੂ ਜੀ ਕਹਿੰਦੇ, ਰੈਨ ਗਵਾਈ ਸੋਈ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੁਣ ਜਨਮ ਤਾਂ ਹੀਰੇ ਵਰਗਾ ਸੀ, ਬੇਸ਼ੁਮਾਰ ਕੀਮਤੀ ਸੀ, ਪਰ ਮਨਮੁਖ ਬੰਦੇ ਨੇ ਇਸ ਹੀਰੇ ਨੂੰ ਕੌਡੀਆਂ ਦੇ ਭਾਅ ਗਵਾ ਲਿਆ। ਭਾਈ ਗੁਰਦਾਸ ਜੀ ਇੱਕ ਹੋਰ ਐਗਜ਼ੈਂਪਲ ਦਿੰਦੇ ਨੇ, ਕਹਿੰਦੇ ਇੱਕ ਮੱਝ ਅੰਮ੍ਰਿਤ ਵਰਗਾ ਦੁੱਧ ਦਿੰਦੀ ਹੈ, ਇੱਕ ਮਾਲਕ ਉਹ ਅੰਮ੍ਰਿਤ ਵਰਗੇ ਬੇਸ਼ੁਮਾਰ ਦੁੱਧ ਨੂੰ ਧਾਰ ਕੱਢਦਾ ਹੈ, ਦੁੱਧ ਸ਼ਹਿਰ ਦੇ ਵਿੱਚ ਵੇਚਦਾ ਹੈ, ਸ਼ਹਿਰ ਦੇ ਵਿੱਚ ਵੇਚ ਕੇ ਉਹਦੇ ਬੱਟੇ ਮਨੁੱਖ ਘਾਸ ਫੂਸ ਲੈ ਕੇ ਆਉਂਦਾ ਹੈ। ਅੱਜ ਭਾਈ ਗੁਰਦਾਸ ਜੀ ਕਹਿੰਦੇ ਸਾਡਾ ਉਹੀ ਹਾਲ ਹੈ, ਸਾਨੂੰ ਬੇਸ਼ੁਮਾਰ ਕੀਮਤੀ ਸਵਾਸ ਮਿਲੇ ਨੇ, ਤੇ ਉਸ ਬੇਸ਼ੁਮਾਰ ਕੀਮਤੀ ਸਵਾਸਾਂ ਦੇ ਨਾਲ ਅੱਜ ਅਸੀਂ ਘਾਸ ਫੂਸ ਇਕੱਠਾ ਕਰ ਰਹੇ ਹਾਂ। ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਸਾਰਾ ਕੁਝ ਘਾਸ ਫੂਸ ਹੀ ਹੈ। ਸਤਿਗੁਰੂ ਜੀ ਕਹਿੰਦੇ, ਬੜੀ ਸੋਹਣੀ ਐਗਜ਼ੈਂਪਲ ਦਿੱਤੀ ਹੈ ਭਾਈ ਗੁਰਦਾਸ ਜੀ ਨੇ। ਤਾਈਓ ਤਾਂ ਸਤਿਗੁਰੂ ਜੀ ਨੇ ਸ਼੍ਰੀ ਆਨੰਦ ਸਾਹਿਬ ਦੇ ਵਿੱਚ ਕਿਹਾ ਹੈ
ਇਹ ਸ਼ਰੀਰਾ ਮੇਰਿਆ इस जग में आए कै क्या तुद कर्म कमाया। ए बंदे ए मनुख तू इस संसार दे उत्ते आया है, तू किहड़े चंगे कर्म कीते ने, तू किहड़े चंगे कर्म कीते ने संसार दे विच। पर जिन्हां